ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਪੁਲਿਸ ਨੇ ਕੀਤੇ ਗੈਂਗਸਟਰਾਂ ਦੇ ਨਾਮ ਜਨਤਕ, ਵੈਨਕੂਵਰ ਵਾਸੀਆਂ ਨੂੰ ਕਿਹਾ ਦੂਰੀ ਬਣਾਉਣ ਨੂੰ। ਓਨਟਾਰੀਓ ਦੇ ਵਿੱਚ ਲੱਗ ਸਕਣਗੇ ਗਰਮੀਆਂ ਦੇ ਕੈਂਪ, ਫੋਨ ਨੇ ਪਾਬੰਦੀਆਂ ਦੇ ਵਿੱਚ ਢਿੱਲ ਬਾਰੇ ਦਿੱਤੀ ਜਾਣਕਾਰੀ। ਹੁਣ ਹੋਰ ਲੋਕਾਂ ਨੂੰ ਕੈਨੇਡਾ ਦੇ ਵਿੱਚ ਪੱਕੇ ਹੋਣ ਦਾ ਮਿਲੇਗਾ ਮੌਕਾ, ਇਮੀਗ੍ਰੇਸ਼ਨ ਮੰਤਰੀ ਨੇ ਦਿੱਤਾ ਇਸ਼ਾਰਾ। ਸਰੀ ਦੇ ਘਰ ਦੇ ਵਿੱਚ ਚੱਲੀਆਂ ਗੋਲੀਆਂ, ਪੁਲਿਸ ਕਰ ਰਹੀ ਪੜਤਾਲ। ਸਰੀ 'ਚ ਹੁਣ ਜ਼ਿਆਦਾ ਲੋਕਾਂ ਨੂੰ ਲੱਗ ਸਕਦਾ ਹੈ ਟੀਕਾ, ਕਲੀਨਿਕਾਂ ਦੇ ਵਿੱਚ ਕੀਤਾ ਜਾ ਰਿਹਾ ਵਾਧਾ। ਵੈਨਕੂਵਰ ਪੁਲਿਸ ਵੱਲੋਂ 6 ਗੈਂਗਸਟਰਾਂ ਦੇ ਨਾਮ ਜਨਤਕ ਕੀਤੇ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ 6 ਜਾਣਿਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਕਿਉਂਕਿ ਇਹ ਆਪਣੇ ਆਪ ਦੇ ਵਾਸਤੇ ਅਤੇ ਬਾਕੀ ਲੋਕਾਂ ਦੇ ਵਾਸਤੇ ਖਤਰਾ ਹਨ। ਪੁਲਿਸ ਵੱਲੋਂ ਇਹਨਾਂ ਗੈਂਗਸਟਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ ਤੇ ਨਾਲ ਹੀ ਉਹਨਾਂ ਵੱਲੋਂ ਜੋ ਲੋਅਰ ਮੇਨਲੈਂਡ ਦੇ ਵਿੱਚ ਹੁਣ ਤੱਕ ਘਟਨਾਵਾਂ ਸਾਹਮਣੇ ਆਈਆਂ ਉਸ ਦੀ ਜਾਣਕਾਰੀ ਦਿੱਤੀ ਹੈ ਕਿ 2021 ਦੇ ਦੌਰਾਨ ਗੈਂਗ ਵਾਰ ਦੇ ਨਾਲ ਸੰਬੰਧਿਤ 20 ਮਾਮਲੇ ਸਾਹਮਣੇ ਆਏ ਹਨ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ 6 ਖਤਰਨਾਕ ਗੈਂਗਸਟਰਾਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੀ ਹਾਂ, ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ 6 ਖਤਰਨਾਕ ਗੈਂਗਸਟਰਸ ਦੇ ਨਾਮ ਅਤੇ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਹ ਉਹ 6 ਜਾਣੇ ਹਨ ਜਿਹੜੇ ਕਿ ਵੈਨਕੂਵਰ ਦੀ ਪਬਲਿਕ ਸੇਫਟੀ ਦੇ ਵਾਸਤੇ ਖਤਰਾ ਹਨ। ਵੈਨਕੂਵਰ ਪੁਲਿਸ ਮੁਤਾਬਕ ਜਿਹੜੇ ਨਾਮ ਜਾਰੀ ਕੀਤੇ ਗਏ ਉਹ ਕੁਝ ਇਸ ਤਰ੍ਹਾਂ ਨੇ। ਗੁਰਿੰਦਰ ਦਿਓ, ਜਿਸ ਦੀ ਉਮਰ 35 ਸਾਲ ਦੱਸੀ ਗਈ। ਹਰਜੀਤ ਦਿਓ, ਜਿਸ ਦੀ ਉਮਰ 38 ਸਾਲ ਦੱਸੀ ਗਈ। ਬਰਿੰਦਰ ਧਾਲੀਵਾਲ, ਜਿਸ ਦੀ ਉਮਰ 38 ਸਾਲ ਦੱਸੀ ਗਈ। ਮਨਿੰਦਰ ਧਾਲੀਵਾਲ, ਜਿਸ ਦੀ ਉਮਰ 28 ਸਾਲ ਦੱਸੀ ਗਈ। ਏਕਨਨ ਐਨਿਗਬੋ, ਜਿਸ ਦੀ ਉਮਰ 22 ਸਾਲ ਦੱਸੀ ਗਈ। ਡੈਮੀਅਨ ਰਿਆਨ, ਜਿਸ ਦੀ ਉਮਰ 41 ਸਾਲ ਦੱਸੀ ਗਈ ਹੈ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ 6 ਜਾਣਿਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਕਿਉਂਕਿ ਇਹ ਖੁਦ ਦੇ ਵਾਸਤੇ ਅਤੇ ਲੋਕਾਂ ਦੇ ਲਈ ਖਤਰਾ ਹਨ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਵੈਨਕੂਵਰ ਵਾਸੀ ਇਹਨਾਂ 6 ਜਾਣਿਆਂ ਦੇ ਚਿਹਰੇ ਚੰਗੀ ਤਰ੍ਹਾਂ ਯਾਦ ਕਰ ਲੈਣ ਅਤੇ ਇਹਨਾਂ ਤੋਂ ਦੂਰੀ ਬਣਾ ਕੇ ਰੱਖਣ। ਜ਼ਿਕਰਯੋਗ ਹੈ ਕਿ ਮੈਟਰੋ ਵੈਨਕੂਵਰ ਦੇ ਵਿੱਚ ਪਿਛਲੇ ਦਿਨਾਂ ਤੋਂ ਗੈਂਗ ਵਾਰ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਗੈਂਗਸਟਰਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਨਿਸ਼ਾਨੇ ਲਗਾਏ ਜਾ ਰਹੇ ਨੇ। ਜਾਣਕਾਰੀ ਦੇ ਮੁਤਾਬਕ ਮੈਟਰੋ ਵੈਨਕੂਵਰ ਦੇ ਵਿੱਚ 2021 ਦੇ ਦੌਰਾਨ 20 ਗੈਂਗ ਰਿਲੇਟਡ ਮਾਮਲੇ ਸਾਹਮਣੇ ਆਏ ਨੇ ਅਤੇ 20 ਅਟੈਂਪਟਡ ਮਰਡਰ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਪੁਲਿਸ ਵਿਭਾਗ ਨੂੰ ਇਸ ਦੇ ਉੱਪਰ ਸ਼ੰਕਾ ਹੈ ਕਿ ਇਹ ਗੈਂਗ ਵਾਰ ਅੱਗੇ ਵੀ ਜਾਰੀ ਰਹਿ ਸਕਦੀ ਹੈ, ਜਿਸ ਨੂੰ ਦੇਖਦਿਆਂ ਉਹਨਾਂ ਵੱਲੋਂ ਇੱਕ ਕਦਮ ਚੁੱਕਿਆ ਗਿਆ, ਜਾਣੀ ਕਿ 6 ਜਾਣਿਆਂ ਦੇ ਚਿਹਰੇ ਜਨਤਕ ਕੀਤੇ ਗਏ ਨੇ। ਵੈਨਕੂਵਰ ਪੁਲਿਸ ਵੱਲੋਂ ਇੱਕ ਹੋਰ ਇਨੀਸ਼ੀਏਟਿਵ ਲਿਆ ਗਿਆ ਜਿੱਤੇ ਉਹਨਾਂ ਨੇ ਇੱਕ ਨਵੀਂ ਟਾਸਕ ਫੋਰਸ ਸਥਾਪਿਤ ਕੀਤੀ ਹੈ ਜੋ ਕਿ ਗੈਂਗ ਵਾਰ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਨਾਲ ਡੀਲ ਕਰੇਗੀ। ਇਸ ਦਾ ਨਾਮ ਟਾਸਕ ਫੋਰਸ ਥ੍ਰੈਸ਼ਹੋਲਡ ਰੱਖਿਆ ਗਿਆ ਜੋ ਕਿ ਮਈ 12 ਨੂੰ ਲਾਂਚ ਕਰ ਦਿੱਤੀ ਗਈ ਹੈ। ਓਨਟਾਰੀਓ ਦੇ ਵਿੱਚ ਇਸ ਵਾਰ ਸਮਰ ਕੈਂਪ ਲੱਗ ਸਕਦਾ ਹੈ। ਇਸ ਦੀ ਜਾਣਕਾਰੀ ਪ੍ਰੀਮੀਅਰ ਡਗ ਫੂਡ ਵੱਲੋਂ ਸਾਂਝੀ ਕੀਤੀ ਗਈ ਹੈ। ਮੌਜੂਦਾ ਸਮੇਂ ਓਨਟਾਰੀਓ ਦੇ ਵਿੱਚ ਸਟੇ ਐਟ ਹੋਮ ਲੱਗਿਆ ਹੋਇਆ ਹੈ ਜੋ ਕਿ ਜੂਨ 2 ਤੱਕ ਜਾਰੀ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਹੀ ਸਮਰ ਕੈਂਪ ਦੇ ਬਾਰੇ ਵਿੱਚ ਜਾਣਕਾਰੀ ਸਪਸ਼ਟ ਜਾਣਕੀ ਸਾਂਝੀ ਕਰ ਦਿੱਤੀ ਜਾਵੇਗੀ। ਓਨਟਾਰੀਓ ਦੇ ਵਿੱਚ ਇਸ ਸਾਲ ਸਮਰ ਕੈਂਪਸ ਦੀ ਸ਼ੁਰੂਆਤ ਹੋ ਸਕਦੀ ਹੈ। ਇਹ ਕਹਿਣਾ ਹੈ ਓਨਟਾਰੀਓ ਦੇ ਪ੍ਰੀਮੀਅਰ ਡਗ ਫੂਡ ਦਾ। ਇਸ ਸੰਬੰਧੀ ਉਹਨਾਂ ਵੱਲੋਂ ਅਜੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜਿੰਨੀ ਛੇਤੀ ਜ਼ਿਆਦਾ ਤੋਂ ਜ਼ਿਆਦਾ ਲੋਕ ਕੋਵਿਡ-19 ਵੈਕਸੀਨ ਲਗਵਾਉਣਗੇ ਉਨੀ ਛੇਤੀ ਕਰੋਨਾ ਪਾਬੰਦੀਆਂ ਤੋਂ ਰਾਹਤ ਦਿੱਤੀ ਜਾ ਸਕਦੀ ਹੈ। ਡਗ ਫੂਡ ਨੇ ਕਿਹਾ ਕਿ ਸਮਰ ਕੈਂਪਸ ਨੂੰ ਓਪਨ ਕਰਨ ਦੀ ਤਾਰੀਖ ਆਮ ਤੌਰ ਦੇ ਉੱਪਰ ਜੁਲਾਈ 3 ਦੀ ਹੈ ਅਤੇ ਇਸ ਸਾਲ ਵੀ ਇਹ ਹੋ ਸਕਦੀ ਹੈ। ਪ੍ਰੀਮੀਅਰ ਦੇ ਆਫਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਜੂਨ 2 ਤੋਂ ਪਹਿਲਾਂ ਉਹਨਾਂ ਵੱਲੋਂ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਦੱਸ ਦਈਏ ਕਿ ਓਨਟਾਰੀਓ ਦੇ ਵਿੱਚ ਮੌਜੂਦਾ ਸਮੇਂ ਸਟੇ ਐਟ ਹੋਮ ਦੇ ਆਰਡਰ ਲਾਗੂ ਨੇ ਜਿਹੜੇ ਕਿ ਜੂਨ 2 ਤੱਕ ਜਾਰੀ ਰਹਿਣੇ ਨੇ। ਇਸ ਤੋਂ ਪਹਿਲਾਂ ਹੀ ਪ੍ਰੀਮੀਅਰ ਡਗ ਫੂਡ ਵੱਲੋਂ ਇਸ ਯੋਜਨਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਿਸ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਓਨਟਾਰੀਓ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਓਨਟਾਰੀਓ ਵਾਸੀਆਂ ਨੂੰ ਕੋਵਿਡ-19 ਵੈਕਸੀਨ ਲੱਗ ਸਕੇ ਤਾਂ ਕਿ ਜੋ ਕਰੋਨਾ ਪਾਬੰਦੀਆਂ ਲਗਾਈਆਂ ਗਈਆਂ ਨੇ ਉਹਨਾਂ ਤੋਂ ਰਾਹਤ ਪ੍ਰਦਾਨ ਕੀਤੀ ਜਾ ਸਕੇ। ਵੱਖ-ਵੱਖ ਸੂਬਿਆਂ ਵੱਲੋਂ ਆਪਣੇ ਪਲਾਨਸ ਤਾਂ ਸਾਂਝੇ ਕੀਤੇ ਹੀ ਜਾ ਰਹੇ ਨੇ। ਦੂਜੇ ਪਾਸੇ ਫੈਡਰਲ ਸਰਕਾਰ ਦਾ ਵੀ ਇਹ ਕਹਿਣਾ ਹੈ ਕਿ ਜਿੰਨੀ ਛੇਤੀ ਜ਼ਿਆਦਾਤਰ ਲੋਕਾਂ ਨੂੰ ਕੋਵਿਡ-19 ਵੈਕਸੀਨ ਮਿਲੇਗੀ ਉਨੀ ਜਲਦ ਹੀ ਰਾਹਤ ਦਿੱਤੀ ਜਾਵੇਗੀ। ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਕਿ ਜਦੋਂ 75% ਕੈਨੇਡੀਅਨਸ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲੱਗ ਜਾਏਗਾ ਉਦੋਂ ਤੋਂ ਜ਼ਿੰਦਗੀ ਆਮ ਵਾਂਗ ਹੋ ਸਕਦੀ ਹੈ, ਜਾਣੀ ਕਿ ਕਾਫੀ ਪਾਬੰਦੀਆਂ ਤੋਂ ਰਾਹਤ ਦਿੱਤੀ ਜਾਵੇਗੀ।
ਕੈਨੇਡਾ ਦੇ ਵਿੱਚ ਹੋਰ ਵੀ ਕਈ ਜਾਣਿਆਂ ਨੂੰ ਪੀਆਰ ਹਾਸਲ ਕਰਨ ਦਾ ਮੌਕਾ ਮਿਲ ਸਕਦਾ ਹੈ, ਜਾਣੀ ਕਿ ਪੱਕੇ ਹੋਣ ਦਾ ਮੌਕਾ ਦਿੱਤਾ ਜਾ ਸਕਦਾ ਹੈ। ਹਾਲ ਹੀ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਅਰਜ਼ੀਆਂ ਦੇ ਲਈ ਵੱਖ-ਵੱਖ ਪ੍ਰੋਗਰਾਮ ਦੇ ਤਹਿਤ ਜਾਣੀ ਕਿ ਸਟਰੀਮ ਦੇ ਤਹਿਤ ਕੋਟਾ ਤੈਅ ਕੀਤਾ ਗਿਆ ਸੀ। ਇੰਟਰਨੈਸ਼ਨਲ ਗ੍ਰੈਜੂਏਟ ਦੀ ਸਟਰੀਮ ਮਹਿਜ਼ 24 ਘੰਟਿਆਂ ਦੇ ਵਿੱਚ ਪੂਰੀ ਹੋ ਗਈ, ਪਰ ਹੁਣ ਇਮੀਗ੍ਰੇਸ਼ਨ ਮੰਤਰੀ ਵੱਲੋਂ ਸੰਕੇਤ ਦਿੱਤੇ ਗਏ ਨੇ ਕਿ ਇਸ ਦੀ ਕੈਪੈਸਿਟੀ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਜਾਣੀ ਕਿ ਹੋਰ ਵੀ ਕਈ ਲੋਕਾਂ ਨੂੰ ਕੈਨੇਡਾ ਦੇ ਵਿੱਚ ਪੱਕੇ ਹੋਣ ਦਾ ਮੌਕਾ ਮਿਲੇਗਾ। ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜੋ ਪ੍ਰੋਗਰਾਮ ਲਿਆਂਦੇ ਗਏ, ਉਸ ਦੀ ਕੈਪੈਸਿਟੀ ਨੂੰ ਵਧਾਇਆ ਜਾ ਸਕਦਾ ਹੈ। ਇਸ ਦਾ ਸੰਕੇਤ ਇਮੀਗ੍ਰੇਸ਼ਨ ਮੰਤਰੀ ਵੱਲੋਂ ਦਿੱਤਾ ਗਿਆ ਹੈ। ਇੱਕ ਹਫ਼ਤਾ ਪਹਿਲਾਂ ਕੈਨੇਡਾ ਦੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੇਂ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 90,000 ਦੇ ਕਰੀਬ ਅਸੈਂਸ਼ੀਅਲ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਹ ਸੰਕੇਤ ਦਿੱਤੇ ਗਏ ਨੇ, ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਗਰਾਮ ਦੀ ਕੈਪੈਸਿਟੀ ਦੇ ਵਿੱਚ ਵਾਧਾ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਉਹਨਾਂ ਅਰਜ਼ੀਆਂ ਦੀ ਪੜਤਾਲ ਕੀਤੀ ਜਾਵੇਗੀ ਜੋ ਕਿ ਵੱਖ-ਵੱਖ ਪ੍ਰੋਗਰਾਮ ਦੇ ਤਹਿਤ ਮਿਲੀਆਂ ਹਨ। ਉਸ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਇਸ ਦੇ ਵਿੱਚ ਵਾਧਾ ਕੀਤਾ ਜਾਣਾ ਹੈ ਜਾਂ ਫਿਰ ਨਹੀਂ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਨਵੇਂ ਪ੍ਰੋਗਰਾਮ ਲਿਆਂਦੇ ਗਏ, ਉਸ ਦੇ ਵਾਸਤੇ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇੰਟਰਨੈਸ਼ਨਲ ਗ੍ਰੈਜੂਏਟ ਦੀ ਸਟਰੀਮ ਮਹਿਜ਼ 24 ਘੰਟਿਆਂ ਦੇ ਵਿੱਚ ਪੂਰੀ ਹੋ ਗਈ। ਜੋ 40,000 ਦਾ ਅਰਜ਼ੀਆਂ ਦੇ ਵਾਸਤੇ ਕੋਟਾ ਤੈਅ ਕੀਤਾ ਗਿਆ ਸੀ, ਉਹ ਕੁਝ ਹੀ ਘੰਟਿਆਂ ਦੇ ਵਿੱਚ ਪੂਰਾ ਹੋ ਗਿਆ। ਹੁਣ ਤੱਕ ਐਸੈਂਸ਼ੀਅਲ ਵਰਕਰਸ ਅਤੇ ਹੈਲਥ ਕੇਅਰ ਵਰਕਰਸ ਦੇ ਤਹਿਤ 10,000 ਅਰਜ਼ੀਆਂ ਆ ਚੁੱਕੀਆਂ ਨੇ, ਜਦਕਿ ਇਸ ਦੇ ਵਾਸਤੇ 50,000 ਐਪਲੀਕੇਸ਼ਨਸ ਦਾ ਕੋਟਾ ਤੈਅ ਕੀਤਾ ਗਿਆ ਹੈ। ਫ੍ਰੈਂਚ ਬੋਲਣ ਵਾਲਿਆਂ ਦੇ ਲਈ ਜਿਹੜੇ ਨਵੇਂ ਪ੍ਰੋਗਰਾਮ ਲਿਆਂਦੇ ਗਏ ਨੇ, ਉਸ ਦੇ ਤਹਿਤ ਅਜੇ ਬਹੁਤ ਘੱਟ ਅਰਜ਼ੀਆਂ ਮਿਲੀਆਂ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਇਸ ਵਾਸਤੇ ਕੋਈ ਕੋਟਾ ਨਹੀਂ ਤੈਅ ਕੀਤਾ ਗਿਆ ਅਤੇ ਇਹ ਪ੍ਰੋਗਰਾਮ ਨਵੰਬਰ 2021 ਤੱਕ ਖੁੱਲ੍ਹੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਜੋ ਨਵੇਂ ਪ੍ਰੋਗਰਾਮ ਲਿਆਂਦੇ ਗਏ, ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਵਿਭਾਗ ਆਪਣਾ ਟੀਚਾ ਪੂਰਾ ਕਰਨ ਦੇ ਵਾਸਤੇ ਕਿੰਨਾ ਗੰਭੀਰ ਹੈ, ਕਿਉਂਕਿ ਕੈਨੇਡਾ ਵੱਲੋਂ ਇਹ ਟੀਚਾ ਤੈਅ ਕੀਤਾ ਗਿਆ ਕਿ ਇੱਕ ਸਾਲ ਦੇ ਵਿੱਚ 4,01,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ। ਜੋ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਅੰਕੜਾ ਜਾਰੀ ਕੀਤਾ ਗਿਆ, ਉਸ ਦੇ ਮੁਤਾਬਕ 70,000 ਨਵੇਂ ਇਮੀਗ੍ਰੈਂਟਸ ਐਡਮਿਟ ਕੀਤੇ ਜਾ ਚੁੱਕੇ ਹਨ, ਜੋ ਕਿ ਸਾਲ ਦੇ ਪਹਿਲੇ ਕੁਆਟਰ ਦੌਰਾਨ ਹੋਏ। ਸਰੀ ਮਾਊਂਟੇਨਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਘਰ ਦੇ ਵਿੱਚ ਗੋਲੀਬਾਰੀ ਹੋਈ, ਉਹਨਾਂ ਨੂੰ ਇਸ ਦੇ ਬਾਰੇ ਵਿੱਚ ਪਤਾ ਚੱਲਿਆ। ਪੁਲਿਸ ਇਸ ਜਗ੍ਹਾ ਦੇ ਉੱਪਰ ਪਹੁੰਚੀ ਹੈ। ਵੈਲੀ ਦੇ ਘਰ ਦੇ ਵਿੱਚ ਗੋਲੀਆਂ ਚੱਲੀਆਂ। ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇੱਥੇ ਪਹਿਲਾਂ ਵੀ ਅਜਿਹੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਨੇ, ਜਾਣੀ ਕਿ ਵਾਇਲੈਂਸ ਦਾ ਇੱਕ ਲੰਬਾ ਇਤਿਹਾਸ ਇਸ ਘਰ ਦੇ ਨਾਲ ਜੁੜਿਆ ਹੋਇਆ ਹੈ। ਸਰੀ ਮਾਊਂਟੇਨਸ ਦਾ ਕਹਿਣਾ ਹੈ ਕਿ ਐਤਵਾਰ ਰਾਤ ਨੂੰ ਗੋਲੀਆਂ ਚੱਲਣ ਦੀ ਉਹਨਾਂ ਨੂੰ ਜਾਣਕਾਰੀ ਮਿਲੀ ਹੈ। ਇਹ ਮਾਮਲਾ ਵੈਲੀ ਦੇ ਇੱਕ ਘਰ ਤੋਂ ਸਾਹਮਣੇ ਆਇਆ। ਇੱਥੇ ਪਹਿਲਾਂ ਵੀ ਕਈ ਵਾਰ ਵਾਇਲੈਂਸ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ। ਇੱਥੇ ਵਾਇਲੈਂਸ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ। ਪੁਲਿਸ ਦੇ ਮੁਤਾਬਕ ਜਿਹੜਾ ਇੱਥੇ ਰਹਿਣ ਵਾਲਾ ਹੈ, ਪੁਲਿਸ ਦਾ ਜਾਣਕਾਰ ਹੈ ਤੇ ਉਹ ਪਿਛਲੀ ਸ਼ੂਟਿੰਗ ਦੇ ਵਿੱਚ ਟਾਰਗੇਟ ਰਹਿ ਚੁੱਕਿਆ ਹੈ। ਫਰਵਰੀ 4 ਨੂੰ ਇੱਕ 22 ਸਾਲਾ ਸ਼ਾਨਾ ਹੈਰਿਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਆਈ ਹਿੱਟ ਦੇ ਮੁਤਾਬਕ ਹੈਰਿਸ ਦੇ ਉੱਪਰ ਜੋ ਗੋਲੀਆਂ ਚੱਲੀਆਂ ਉਹ ਟਾਰਗੇਟਡ ਸਨ। ਪੁਲਿਸ ਦੇ ਮੁਤਾਬਕ ਐਤਵਾਰ ਵਾਲੇ ਦਿਨ ਉਹਨਾਂ ਨੂੰ ਗੋਲੀਆਂ ਚੱਲਣ ਦੇ ਬਾਰੇ ਵਿੱਚ ਜਾਣਕਾਰੀ ਮਿਲੀ। ਪੁਲਿਸ ਨੂੰ ਤੜਕੇ 4:15 ਤੇ ਇਸ ਸੰਬੰਧੀ ਜਾਣਕਾਰੀ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਉਹਨਾਂ ਨੂੰ ਇਹ ਮਾਮਲਾ ਟਾਰਗੇਟਡ ਲੱਗਿਆ ਹੈ। ਇਸ ਘਟਨਾ ਦੇ ਵਿੱਚ ਕਿਸੇ ਨੂੰ ਵੀ ਸੱਟਾਂ ਨਹੀਂ ਆਈਆਂ। ਪੁਲਿਸ ਨੇ ਕਿਹਾ ਕਿ ਇਹ ਗੋਲੀਬਾਰੀ ਦੀ ਘਟਨਾ ਲੋਅਰ ਮੇਨਲੈਂਡ ਗੈਂਗ ਕੌਨਫਲਿਕਟ ਦੇ ਨਾਲ ਸੰਬੰਧਿਤ ਨਹੀਂ ਹੈ। ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ 6045990502 ਦੇ ਉੱਪਰ ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ 1800-222 ਦੇ ਉੱਪਰ ਕਾਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਉਹਨਾਂ ਦੇ ਨਾਲ ਸੂਚਨਾ ਸਾਂਝੀ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਜੁਲਾਈ 2019 ਤੋਂ ਲੈ ਕੇ ਹੁਣ ਤੱਕ ਇੱਥੇ 5ਵਾਂ ਸ਼ੂਟਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਤੀਸਰੀ ਵਾਰ ਹੈ ਜਦੋਂ ਪੁਲਿਸ ਨੂੰ ਇਸ ਘਰ ਦੇ ਬਾਰੇ ਵਿੱਚ ਇਹ ਰਿਪੋਰਟ ਮਿਲੀ ਹੋਵੇ। ਜੁਲਾਈ 25, 2019 ਨੂੰ ਮਾਮਲਾ ਸਾਹਮਣੇ ਆਇਆ ਸੀ ਜਦੋਂ ਵਿਅਕਤੀ ਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ। ਦਸੰਬਰ 7, 2019 ਨੂੰ ਮਾਮਲਾ ਸਾਹਮਣੇ ਆਇਆ ਸੀ ਜਦੋਂ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਘਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਪੁਲਿਸ ਵੱਲੋਂ 11 ਜਾਣਿਆਂ ਨੂੰ ਕਸਟਡੀ ਦੇ ਵਿੱਚ ਜਾਣੀ ਕਿ ਹਿਰਾਸਤ ਦੇ ਵਿੱਚ ਲਿਆ ਗਿਆ ਸੀ। ਮਾਰਚ 6, 2020 ਨੂੰ ਵੀ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਵੱਲੋਂ ਕਿਸੇ ਹੋਰ ਸ਼ੂਟਿੰਗ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋ ਗੁਆਂਢੀਆਂ ਦਾ ਆਪਸ ਦੇ ਵਿੱਚ ਤਕਰਾਰ ਹੋ ਗਿਆ।
ਇਸ ਦੌਰਾਨ ਵੀ ਕਈ ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ। ਸਰੀ ਦੇ ਵਿੱਚ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਏ ਜਾਣਗੇ ਕਿਉਂਕਿ ਇੱਥੇ ਕਲੀਨਿਕਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਗੁਰਦੁਆਰੇ ਅਤੇ ਮਸੀਤਾਂ ਦੇ ਵਿੱਚ ਟੀਕੇ ਲਗਾਏ ਜਾ ਰਹੇ ਨੇ, ਕੋਵਿਡ ਵੈਕਸੀਨ ਲਗਾਏ ਜਾ ਰਹੇ ਨੇ ਤੇ ਹੁਣ ਇਹਨਾਂ ਦੇ ਵਿੱਚ ਵਾਧਾ ਵੀ ਕੀਤਾ ਜਾ ਰਿਹਾ ਹੈ, ਜਿਸ ਦੇ ਬਾਰੇ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ ਕਿ ਕਦੋਂ, ਕਿੱਥੇ ਤੇ ਕਿੰਨੇ ਵਜੇ ਇਹ ਟੀਕੇ ਲਗਾਏ ਜਾਣਗੇ ਤੇ ਇਹਨਾਂ ਦੀ ਅਪਾਇੰਟਮੈਂਟ ਤੁਸੀਂ ਕਿਵੇਂ ਬੁੱਕ ਕਰ ਸਕਦੇ ਹੋ। ਸਰੀ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਉਣ ਦੇ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ। ਸਰੀ ਦੇ ਵਿੱਚ ਸੂਬਾ ਸਰਕਾਰ, ਸਿਟੀ ਆਫ ਸਰੀ ਅਤੇ ਫਰੀਜ਼ਰ ਹੈਲਥ ਅਥਾਰਟੀ ਵੱਲੋਂ ਟੀਕੇ ਦੇ ਬਾਰੇ ਵਿੱਚ ਸਾਂਝੇ ਤੌਰ ਦੇ ਉੱਪਰ ਉਪਰਾਲਾ ਕੀਤਾ ਜਾ ਰਿਹਾ ਹੈ। ਸਰੀ ਦੇ ਗੁਰਦੁਆਰਿਆਂ ਅਤੇ ਮਸਜਿਦਾਂ ਵਿੱਚ ਮੌਜੂਦਾ ਸਮੇਂ ਅਪਾਇੰਟਮੈਂਟ ਆਧਾਰਿਤ ਕਲੀਨਿਕ ਚੱਲ ਰਹੇ ਨੇ ਅਤੇ ਹੁਣ ਇਹਨਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕੋਵਿਡ-19 ਵੈਕਸੀਨ ਲਗਵਾ ਸਕਣ। ਇਹਨਾਂ ਕਲੀਨਿਕਸ ਦੇ ਵਿੱਚ ਫਾਈਜ਼ਰ ਅਤੇ ਮੋਡਰਨਾ ਦੀਆਂ ਵਧੇਰੇ ਖੁਰਾਕਾਂ ਮੌਜੂਦ ਹੋਣਗੀਆਂ। ਆਉਣ ਵਾਲੇ ਹਫ਼ਤਿਆਂ ਦੌਰਾਨ ਸਰੀ ਦੇ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਵੀ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਰੀ ਦੇ ਮੇਅਰ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਜਲਦ ਹੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਟੀਕਾ ਲਗਾਇਆ ਜਾ ਸਕੇ। ਸਰੀ ਦੇ ਗੁਰਦੁਆਰੇ ਅਤੇ ਮਸੀਤਾਂ ਦੇ ਵਿੱਚ ਹੁਣ ਜਿਹੜੇ ਨਵੇਂ ਕਲੀਨਿਕ ਲਿਆਂਦੇ ਜਾ ਰਹੇ ਨੇ, ਇੱਥੇ ਸਭ ਤੋਂ ਪਹਿਲਾਂ ਆਉਣ ਵਾਲੇ 1000 ਸਰੀ ਵਾਸੀਆਂ ਨੂੰ ਪ੍ਰਬੰਧਕਾਂ ਵੱਲੋਂ ਰਿਸਟ ਬੈਂਡ ਮਿਲਣਗੇ ਅਤੇ ਉਸ ਦਿਨ ਹੀ ਅਪਾਇੰਟਮੈਂਟ ਮਿਲੇਗੀ। ਕਲੀਨਿਕ ਸਟਾਫ ਇਸ ਗੱਲ ਦੀ ਪੁਸ਼ਟੀ ਕਰੇਗਾ, ਯਕੀਨੀ ਬਣਾਵੇਗਾ ਕਿ ਵੈਕਸੀਨ ਦੇ ਲਈ ਪਹਿਲ ਸਰੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿੱਤੀ ਜਾਵੇ। ਵੈਕਸੀਨ ਦੇ ਵਾਸਤੇ ਅਪਾਇੰਟਮੈਂਟ ਆਨਲਾਈਨ ਵੀ ਬੁੱਕ ਕੀਤੀ ਜਾ ਸਕਦੀ ਹੈ। ਨਾਲ ਹੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਾਲ ਸੈਂਟਰ ਦੇ ਰਾਹੀਂ ਜਾਣੀ ਕਿ 1833-838-2323 ਦੇ ਉੱਪਰ ਕਾਲ ਕਰਕੇ ਵੀ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। 17 ਮਈ ਤੋਂ ਲੈ ਕੇ 23 ਮਈ ਤੱਕ ਸਰੀ ਦੇ ਭਾਈਚਾਰਕ ਕਲੀਨਿਕ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਮੰਗਲਵਾਰ 18 ਮਈ ਨੂੰ ਬੀਅਰ ਕ੍ਰੀਕ ਪਾਰਕ 13750 88 ਐਵੀਨਿਊ ਦੇ ਵਿੱਚ 8 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਜਾਂ ਫਿਰ ਜਦ ਤੱਕ 1000 ਡੋਜ਼ ਨਾ ਦਿੱਤੀਆਂ ਜਾ ਸਕਣ ਉਦੋਂ ਤੱਕ ਵੈਕਸੀਨ ਲਗਾਏ ਜਾਣਗੇ। ਸ਼ਨੀਵਾਰ 22 ਮਈ ਸਰੀ ਸਪੋਰਟਸ ਐਂਡ ਲੇਅਰ 16555 ਫਰੇਜ਼ਰ ਹਾਈਵੇ #100 8 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਜਾਂ ਫਿਰ ਜਦੋਂ ਤੱਕ 1000 ਡੋਜ਼ ਨਾ ਦਿੱਤੀਆਂ ਜਾ ਸਕਣ। ਐਤਵਾਰ 23 ਮਈ ਨੂੰ ਸਰੀ ਸਪੋਰਟਸ ਐਂਡ ਲੇਅਰ ਦੇ ਵਿੱਚ 16555 ਫਰੇਜ਼ਰ ਹਾਈਵੇ #100 ਦੇ ਉੱਪਰ ਟੀਕੇ ਲਗਾਏ ਜਾਣਗੇ, ਜਿਸ ਦੇ ਵਾਸਤੇ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਜਾਂ ਫਿਰ ਜਦੋਂ ਤੱਕ 1000 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹੋਣ। ਕੈਨੇਡਾ ਦੇ ਵਿੱਚ ਘਰ ਖਰੀਦਣ ਦੇ ਵਾਸਤੇ ਲੋਕ ਕਾਫੀ ਜ਼ਿਆਦਾ ਉਤਸ਼ਾਹਿਤ ਸਨ, ਪਰ ਹੁਣ ਇਹ ਉਤਸ਼ਾਹ ਘਟ ਗਿਆ ਹੈ। ਅਪ੍ਰੈਲ ਮਹੀਨੇ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੇਖਿਆ ਗਿਆ ਕਿ ਅਪ੍ਰੈਲ ਮਹੀਨੇ ਦੇ ਵਿੱਚ ਘਰਾਂ ਦੀ ਸੇਲ ਘਟ ਹੋਈ ਹੈ। CREA ਵੱਲੋਂ ਘਰਾਂ ਦੀ ਸੇਲ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। CREA ਮੁਤਾਬਕ ਅਪ੍ਰੈਲ ਮਹੀਨੇ ਘਰਾਂ ਦੀ ਸੇਲ ਦੇ ਵਿੱਚ 12.5% ਦੀ ਗਿਰਾਵਟ ਦੇਖੀ ਗਈ। ਮਾਰਚ ਮਹੀਨੇ ਇਸ ਨੂੰ ਲੈ ਕੇ ਰਿਕਾਰਡ ਕਾਇਮ ਹੋਇਆ ਸੀ। ਇਸ ਸਭ ਬਾਰੇ ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦੇ ਵੱਲੋਂ ਸਪਸ਼ਟ ਕੀਤਾ ਗਿਆ। ਪਿਛਲੇ ਮਹੀਨੇ ਦੇਸ਼ ਦੇ ਵਿੱਚ 60,967 ਘਰਾਂ ਦੀ ਸੇਲ ਹੋਈ, ਜੋ ਕਿ ਮਾਰਚ ਮਹੀਨੇ ਦੌਰਾਨ 69,702 ਦਰਜ ਕੀਤੀ ਗਈ ਸੀ। ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਦੇ ਵਿੱਚ ਘਰਾਂ ਦੀ ਸੇਲ ਘਟ ਰਹੀ। ਅਪ੍ਰੈਲ ਮਹੀਨੇ ਫਿਰ ਵੀ ਹੋਮ ਸੇਲ ਦਾ ਰਿਕਾਰਡ ਕਾਇਮ ਹੋਇਆ ਹੈ, ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਦੇ ਵਿੱਚ ਵਾਧਾ ਦੇਖਿਆ ਗਿਆ। ਅਪ੍ਰੈਲ ਮਹੀਨੇ ਨਿਊਲੀ ਲਿਸਟਡ ਹੋਮ 81,124 ਰਹੇ, ਜੋ ਕਿ ਮਾਰਚ ਮਹੀਨੇ 85,779 ਸੀ, ਜਾਣੀ ਕਿ ਇਸ ਦੇ ਵਿੱਚ 5.4% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਮਹੀਨੇ ਨੈਸ਼ਨਲ ਐਵਰੇਜ ਹੋਮ ਪ੍ਰਾਈਸ $6,96,000 ਰਿਹਾ, ਜੋ ਕਿ ਪਿਛਲੇ ਸਾਲ ਨਾਲੋਂ 41.9% ਵੱਧ ਰਿਕਾਰਡ ਕੀਤਾ ਗਿਆ, ਕਿਉਂਕਿ ਪਿਛਲੇ ਸਾਲ ਐਵਰੇਜ ਪ੍ਰਾਈਸ $4,90,082 ਰਿਹਾ ਸੀ। ਐਵਰੇਜ ਪ੍ਰਾਈਸ GTA ਦੇ ਵਿੱਚ $10,90,992 ਤੇ ਰਿਹਾ। ਗ੍ਰੇਟਰ ਵੈਂਕੂਵਰ ਦੇ ਵਿੱਚ $12,11,233 ਦਰਜ ਕੀਤਾ ਗਿਆ।
ਇੱਕ ਪੁੱਤ ਆਪਣੀ ਬਿਮਾਰ ਮਾਂ ਨੂੰ ਮਿਲਣ ਦੇ ਵਾਸਤੇ ਇੰਨਾ ਕਾਹਲਾ ਹੈ ਕਿ ਉਸ ਵੱਲੋਂ ਟਰੱਕ ਡਰਾਈਵਰ ਦੇ ਤੌਰ ਦੇ ਉੱਪਰ ਨੌਕਰੀ ਕਰਨ ਦੇ ਵਾਸਤੇ ਨੌਕਰੀ ਦੀ ਭਾਲ ਕੀਤੀ ਜਾ ਰਹੀ ਹੈ। ਹੈਲੀਫਿਕਸ ਦਾ ਇਹ ਵਿਅਕਤੀ, ਇਸ ਦੀ ਮਾਂ ਨਾਜ਼ੁਕ ਹਾਲਤ ਦੇ ਵਿੱਚ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ 2 ਜਾਂ ਫਿਰ 4 ਮਹੀਨੇ ਦੀ ਹੀ ਮਹਿਮਾਨ ਹੈ, ਜਾਣੀ ਕਿ ਇੰਨੇ ਮਹੀਨਿਆਂ ਦੀ ਹੀ ਉਸਦੀ ਜ਼ਿੰਦਗੀ ਬਚੀ ਹੈ। ਕਰੋਨਾ ਵਾਇਰਸ ਦੇ ਕਾਰਨ ਪਾਬੰਦੀਆਂ ਲੱਗੀਆਂ ਹੋਈਆਂ ਨੇ। ਇਹਨਾਂ ਪਾਬੰਦੀਆਂ ਤੋਂ ਰਾਹਤ ਲੈਣ ਦੇ ਵਾਸਤੇ ਇਸ ਵਿਅਕਤੀ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ ਕਿ ਉਸਨੂੰ ਟਰੱਕ ਡਰਾਈਵਰ ਦੀ ਨੌਕਰੀ ਮਿਲ ਜਾਵੇ ਤੇ ਉਹ ਆਪਣੀ ਬਿਮਾਰ ਮਾਂ ਨੂੰ ਮਿਲ ਸਕੇ। ਹੈਲੀਫਿਕਸ ਦੇ ਇੱਕ ਵਿਅਕਤੀ ਵੱਲੋਂ ਟਰੱਕ ਡਰਾਈਵਰ ਦੀ ਨੌਕਰੀ ਵਾਸਤੇ ਭਾਲ ਕੀਤੀ ਜਾ ਰਹੀ ਹੈ, ਕਿਉਂਕਿ ਨਿਊ ਬਰਨਸਵਿਕ ਦੇ ਵਿੱਚ ਉਹ ਆਪਣੀ ਮਾਂ ਨੂੰ ਦੇਖਣ ਜਾਣਾ ਚਾਹੁੰਦਾ ਹੈ, ਜਿਸ ਦੀ ਹਾਲਤ ਕਾਫੀ ਨਾਜ਼ੁਕ ਹੈ। ਉਸ ਨੂੰ ਮੌਜੂਦਾ ਪਾਬੰਦੀਆਂ ਤੋਂ ਰਾਹਤ ਮਿਲ ਸਕੇ, ਇਸ ਦੇ ਵਾਸਤੇ ਉਸ ਵੱਲੋਂ ਇੱਕ ਡਰਾਈਵਰ ਦੀ ਨੌਕਰੀ ਵਾਸਤੇ ਭਾਲ ਕੀਤੀ ਜਾ ਰਹੀ ਹੈ। ਇਸ ਵਿਅਕਤੀ ਦਾ ਨਾਮ ਵਿਲੀ ਹੈ, ਜੋ ਕਿ ਮੌਜੂਦਾ ਸਮੇਂ ਹੈਲੀਫਿਕਸ ਰੀਜਨਲ ਮਿਊਨਿਸਪੈਲਿਟੀ ਦੇ ਵਿੱਚ ਟ੍ਰਾਂਜ਼ਿਟ ਆਪਰੇਟਰ ਦੇ ਤੌਰ ਦੇ ਉੱਪਰ ਕੰਮ ਕਰ ਰਿਹਾ ਹੈ। ਪਰ ਹੁਣ ਉਸ ਨੂੰ ਆਪਣੀ ਮਾਂ ਦੇ ਕੋਲ ਜਾਣ ਵਾਸਤੇ ਪਾਰਟ ਟਾਈਮ ਟਰੱਕਿੰਗ ਦੀ ਨੌਕਰੀ ਦੀ ਭਾਲ ਹੈ, ਤਾਂ ਕਿ ਉਹ ਨੋਵਾ ਸਕੋਸ਼ੀਆ ਅਤੇ ਨਿਊ ਬਰਨਸਵਿਕ ਦੇ ਬਾਰਡਰ ਨੂੰ ਪਾਰ ਕਰ ਸਕੇ, ਤਾਂ ਕਿ ਜੋ ਕਰੋਨਾ ਵਾਇਰਸ ਦੇ ਚੱਲਦਿਆਂ ਪਾਬੰਦੀਆਂ ਲਗਾਈਆਂ ਗਈਆਂ ਨੇ, ਇਹਨਾਂ ਪਾਬੰਦੀਆਂ ਤੋਂ ਉਸ ਨੂੰ ਰਾਹਤ ਮਿਲ ਸਕੇ। ਵਿਲੀ ਦੀ ਮਾਂ ਸੇਂਟ ਜੋਨ ਦੇ ਵਿੱਚ ਰਹਿੰਦੀ ਹੈ, ਜਿਸ ਨੂੰ ਕਿ ਲਿਵਰ ਫੇਲੀਅਰ ਦੀ ਸਮੱਸਿਆ ਹੈ। ਡਾਕਟਰਾਂ ਦੇ ਮੁਤਾਬਕ ਉਸ ਦੀ ਜ਼ਿੰਦਗੀ 2 ਜਾਂ ਫਿਰ 4 ਮਹੀਨੇ ਦੀ ਹੈ। ਇਹਨਾਂ ਹਾਲਾਤਾਂ ਦੇ ਵਿੱਚ ਪੁੱਤ ਆਪਣੀ ਮਾਂ ਨੂੰ ਮਿਲਣ ਵਾਸਤੇ ਕਾਹਲਾ ਹੈ। ਪਿਛਲੀ ਵਾਰ ਵਿਲੀ ਨੇ ਦਸੰਬਰ 2019 ਦੇ ਵਿੱਚ ਆਪਣੀ ਮਾਂ ਨੂੰ ਦੇਖਿਆ ਸੀ। ਟ੍ਰਾਂਜ਼ਿਟ ਡਰਾਈਵਰ ਦੇ ਤੌਰ ਦੇ ਉੱਪਰ ਵਿਲੀ ਦੇ ਕੋਲ ਕਲਾਸ 1 ਲਾਇਸੈਂਸ ਹੈ, ਜਾਣੀ ਕਿ ਉਹ ਮੋਟਰਸਾਈਕਲ ਤੋਂ ਇਲਾਵਾ ਕੋਈ ਵੀ ਵਾਹਨ ਚਲਾ ਸਕਦਾ ਹੈ। ਜਿਸ ਨੌਕਰੀ ਦੀ, ਜਾਣੀ ਕਿ ਟਰੱਕ ਡਰਾਈਵਰ ਦੀ ਨੌਕਰੀ ਦੀ ਉਸ ਵੱਲੋਂ ਭਾਲ ਕੀਤੀ ਜਾ ਰਹੀ ਹੈ, ਇਸ ਵਾਸਤੇ ਵਿਲੀ ਨੇ ਇਸ਼ਤਿਹਾਰ ਵੀ ਦਿੱਤਾ ਹੈ, ਤਾਂ ਕਿ ਜਲਦ ਤੋਂ ਜਲਦ ਉਹ ਆਪਣੀ ਮਾਂ ਨੂੰ ਦੇਖਣ ਜਾ ਸਕੇ। ਕੈਨੇਡਾ ਨੂੰ ਇਸ ਹਫ਼ਤੇ ਕਿੰਨੇ ਟੀਕੇ ਮਿਲਣ ਵਾਲੇ ਨੇ, ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਦੇ ਮੁਤਾਬਕ ਇਸ ਹਫ਼ਤੇ ਕੈਨੇਡਾ ਨੂੰ 4.5 ਮਿਲੀਅਨ ਡੋਜ਼ ਮਿਲਣਗੇ, ਜੋ ਕਿ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਦੇ ਹਨ। ਕੈਨੇਡਾ ਨੂੰ ਇਸ ਹਫ਼ਤੇ ਫਾਈਜ਼ਰ ਮੋਡਰਨਾ ਵੈਕਸੀਨ ਮਿਲਣ ਵਾਲੇ ਨੇ। ਜਾਣਕਾਰੀ ਦੇ ਮੁਤਾਬਕ ਕੈਨੇਡਾ ਨੂੰ ਇਸ ਹਫ਼ਤੇ 4.5 ਮਿਲੀਅਨ ਡੋਜ਼ਸ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਦੇ ਮਿਲਣਗੇ। ਫੈਡਰਲ ਸਰਕਾਰ ਦਾ ਦਾਅਵਾ ਹੈ ਕਿ ਉਹਨਾਂ ਨੂੰ 4.5 ਮਿਲੀਅਨ ਦੇ ਕਰੀਬ ਇਸ ਹਫ਼ਤੇ ਡੋਜ਼ਸ ਮਿਲਣ ਵਾਲੇ ਨੇ, ਜੋ ਕਿ ਫਾਈਜ਼ਰ ਬਾਇਓਟੈਕ ਅਤੇ ਮੋਡਰਨਾ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਭੇਜੇ ਜਾਣਗੇ। ਦੱਸ ਦਈਏ ਕਿ ਫਾਈਜ਼ਰ ਵੱਲੋਂ ਕੈਨੇਡਾ ਨੂੰ ਹਰ ਹਫ਼ਤੇ 2 ਮਿਲੀਅਨ ਡੋਜ਼ਸ ਭੇਜਣ ਦਾ ਵਾਅਦਾ ਕੀਤਾ ਗਿਆ ਹੈ। ਇਸੇ ਹਫ਼ਤੇ ਮੋਡਰਨਾ ਵੱਲੋਂ ਵੀ 1.1 ਮਿਲੀਅਨ ਡੋਜ਼ ਭੇਜੇ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਗਲੋਬਲ ਵੈਕਸੀਨ ਸ਼ੇਅਰਿੰਗ ਇਨੀਸ਼ੀਏਟਿਵ ਦੇ ਤਹਿਤ ਕੈਨੇਡਾ ਨੂੰ 6,55,000 ਐਸਟ੍ਰਾਜੈਨੇਕਾ ਟੀਕੇ ਦੇ ਸ਼ਾਟਸ ਮਿਲੇ ਹਨ, ਪਰ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਕੁਝ ਸਮੇਂ ਵਾਸਤੇ ਐਸਟ੍ਰਾਜੈਨੇਕਾ ਟੀਕਾ ਲਗਾਉਣ ਦੇ ਉੱਪਰ ਰੋਕ ਲਗਾ ਦਿੱਤੀ ਹੈ, ਕਿਉਂਕਿ ਇਸ ਦੇ ਨਾਲ ਬਲੱਡ ਕਲੌਟ ਦੇ ਮਾਮਲੇ ਸਾਹਮਣੇ ਆ ਰਹੇ ਨੇ। ਜਾਣਕਾਰੀ ਦੇ ਮੁਤਾਬਕ ਮਾਰਚ 8 ਤੱਕ 2.16 ਮਿਲੀਅਨ ਕੈਨੇਡੀਅਨਸ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਇੱਕ ਸ਼ਾਟ ਲਗਾਇਆ ਜਾ ਚੁੱਕਿਆ ਹੈ। ਦੱਸੀਏ ਕਿ ਹੈਲਥ ਕੈਨੇਡਾ ਵੱਲੋਂ 3 ਲੱਖ ਜੌਨਸਨ ਐਂਡ ਜੌਨਸਨ ਸ਼ਾਟਸ ਨੂੰ ਵੀ ਰਿਵਿਊ ਕੀਤਾ ਜਾ ਰਿਹਾ ਹੈ, ਜੋ ਕਿ ਕੈਨੇਡਾ ਨੂੰ ਪਿਛਲੇ ਮਹੀਨੇ ਮਿਲੇ ਸਨ। ਇਸ ਉੱਪਰ ਡਾਕਟਰ ਸੁਪ੍ਰਿਆ ਸ਼ਰਮਾ ਦਾ ਕਹਿਣਾ ਹੈ ਕਿ ਇਸ ਨੂੰ ਰਿਵਿਊ ਕਰਨ ਦੇ ਵਾਸਤੇ, ਜਾਣੀ ਕਿ ਜੌਨਸਨ ਟੀਕੇ ਨੂੰ ਰਿਵਿਊ ਕਰਨ ਦੇ ਵਿੱਚ ਕੁਝ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਨਾਲ ਸੰਬੰਧਿਤ ਮਾਹਰਾਂ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 7 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣਾ ਜ਼ਰੂਰੀ ਹੈ। ਉਹ ਇਸ ਕਰਕੇ ਕਿਉਂਕਿ ਜਦੋਂ ਇੰਨੀ ਗਿਣਤੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਵੈਕਸੀਨ ਲੱਗ ਜਾਏਗਾ ਤਾਂ ਫਿਰ ਕਰੋਨਾ ਪਾਬੰਦੀਆਂ ਤੋਂ ਰਾਹਤ ਦਿੱਤੀ ਜਾ ਸਕਦੀ ਹੈ। ਬ੍ਰਿਟਿਸ਼ ਕੋਲੰਬੀਆ ਵਾਸੀ ਇਹ ਲਗਾਤਾਰ ਸਵਾਲ ਪੁੱਛ ਰਹੇ ਨੇ ਕਿ ਕਦੋਂ ਕਰੋਨਾ ਪਾਬੰਦੀਆਂ ਤੋਂ ਰਾਹਤ ਦਿੱਤੀ ਜਾਵੇਗੀ। ਇਸ ਦਾ ਜਵਾਬ ਮਾਹਰਾਂ ਵੱਲੋਂ ਦਿੱਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ 7,50,000 ਦੇ ਕਰੀਬ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਕੋਵਿਡ-19 ਵੈਕਸੀਨ ਲਗਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਰੋਨਾ ਪਾਬੰਦੀਆਂ ਦੇ ਵਿੱਚ ਰਾਹਤ ਮਿਲ ਸਕਦੀ ਹੈ। ਇਹਨਾਂ ਕਰੋਨਾ ਪਾਬੰਦੀਆਂ ਤੋਂ ਰਾਹਤ ਲੈਣ ਦੇ ਵਾਸਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 7,50,000 ਨੂੰ ਕੋਵਿਡ-19 ਵੈਕਸੀਨ ਲਗਾਉਣਾ ਜ਼ਰੂਰੀ ਹੈ। ਇਸ ਦੇ ਨਾਲ ਸੰਬੰਧਿਤ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਮਈ ਆਖਿਰ ਤੱਕ ਇਹ ਟੀਚਾ ਪੂਰਾ ਕੀਤਾ ਜਾ ਸਕਦਾ ਹੈ, ਜਾਣੀ ਕਿ ਜੋ ਤੈਅ ਕੀਤਾ ਗਿਆ ਹੈ ਉਨੇ ਜਾਣਿਆਂ ਨੂੰ ਕੋਵਿਡ-19 ਵੈਕਸੀਨ ਲਗਾਇਆ ਜਾ ਸਕਦਾ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 60% ਜਾਣੀ ਕਿ 3 ਮਿਲੀਅਨ ਲੋਕਾਂ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾਉਣਾ ਜ਼ਰੂਰੀ ਹੈ। ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2.26 ਮਿਲੀਅਨ ਲੋਕਾਂ ਨੂੰ ਜਾਣੀ ਕਿ 44% ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਾਇਆ ਜਾ ਚੁੱਕਿਆ ਹੈ।
ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2,60,000 ਲੋਕ ਅਜਿਹੇ ਨੇ ਜਿਨ੍ਹਾਂ ਵੱਲੋਂ ਕੋਵਿਡ-19 ਟੀਕੇ ਲਈ ਰਜਿਸਟਰ ਕਰਵਾਇਆ ਗਿਆ, ਪਰ ਅਜੇ ਉਹਨਾਂ ਨੂੰ ਕੋਵਿਡ ਦਾ ਪਹਿਲਾ ਸ਼ਾਟ ਨਹੀਂ ਲੱਗਿਆ। ਮੌਜੂਦਾ ਸਮੇਂ ਸੂਬੇ ਦੇ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰ ਕੋਈ ਵੈਕਸੀਨੇਸ਼ਨ ਲਗਵਾਉਣ ਦੇ ਲਈ ਐਲੀਜੀਬਲ ਹਨ। ਐਸਟ੍ਰਾਜੈਨੇਕਾ ਟੀਕੇ ਦੇ ਨਾਲ ਸੰਬੰਧਿਤ ਪ੍ਰੋਕਿਊਰਮੈਂਟ ਮਿਨਿਸਟਰ ਨੂੰ ਜੋ ਸਵਾਲ ਪੁੱਛਿਆ ਗਿਆ ਉਸ ਦੇ ਬਾਰੇ ਉਹਨਾਂ ਨੇ ਜਵਾਬ ਦਿੱਤਾ ਹੈ। ਸਵਾਲ ਪੁੱਛਿਆ ਗਿਆ ਸੀ ਕਿ ਕੈਨੇਡਾ ਦੇ ਕੋਲ ਜਿਹੜੇ ਵਾਧੂ ਐਸਟ੍ਰਾਜੈਨੇਕਾ ਸ਼ਾਟਸ ਪਏ ਨੇ ਉਹਨਾਂ ਦਾ ਕੀ ਕੀਤਾ ਜਾਵੇਗਾ। ਅਨੀਤਾ ਆਨੰਦ ਦਾ ਕਹਿਣਾ ਹੈ ਕਿ ਇਹਨਾਂ ਟੀਕਿਆਂ ਨੂੰ ਜਾਣੀ ਕਿ ਐਸਟ੍ਰਾਜੈਨੇਕਾ ਟੀਕਿਆਂ ਨੂੰ ਦਾਨ ਦਿੱਤਾ ਜਾਵੇਗਾ। ਕੈਨੇਡਾ ਦੇ ਕਈ ਸੂਬਿਆਂ ਵੱਲੋਂ ਐਸਟ੍ਰਾਜੈਨੇਕਾ ਟੀਕਾ ਲਗਾਉਣ ਦੇ ਉੱਪਰ ਕੁਝ ਸਮੇਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਇਸ ਦੇ ਨਾਲ ਬਲੱਡ ਕਲੌਟ ਦਾ ਮਾਮਲਾ ਵਿਵਾਦ ਜੁੜਿਆ ਹੋਇਆ ਹੈ। ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਐਸਟ੍ਰਾਜੈਨੇਕਾ ਟੀਕੇ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਐਸਟ੍ਰਾਜੈਨੇਕਾ ਵੈਕਸੀਨ ਕੈਨੇਡਾ ਦੇ ਕੋਲ ਵਾਧੂ ਪਏ ਨੇ ਉਹ ਟੀਕੇ ਬਾਕੀ ਦੇਸ਼ਾਂ ਨੂੰ ਦਾਨ ਕੀਤੇ ਜਾਣਗੇ। ਇਹ ਜਾਣਕਾਰੀ ਅਨੀਤਾ ਆਨੰਦ ਵੱਲੋਂ ਉਹਨਾਂ ਐਸਟ੍ਰਾਜੈਨੇਕਾ ਟੀਕਿਆਂ ਦੇ ਬਾਰੇ ਦਿੱਤੀ ਗਈ ਜਿਹੜੇ ਕਿ ਕੈਨੇਡਾ ਦੇ ਕੋਲ ਐਕਸੈਸ ਦੇ ਵਿੱਚ ਪਏ ਹਨ। ਕੈਨੇਡਾ ਦੇ ਕਈ ਸੂਬਿਆਂ ਵੱਲੋਂ ਇਸ ਟੀਕੇ ਦੇ ਵਰਤੋਂ ਦੇ ਉੱਪਰ ਕੁਝ ਸਮੇਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਇਸ ਦੇ ਨਾਲ ਬਲੱਡ ਕਲੌਟ ਦਾ ਮਾਮਲਾ ਜੁੜਿਆ ਹੋਇਆ ਹੈ। ਇਸ ਸੰਬੰਧੀ ਅਨੀਤਾ ਆਨੰਦ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਜਿਹੜੇ ਐਕਸੈਸ ਦੇ ਵਿੱਚ ਕੈਨੇਡਾ ਦੇ ਕੋਲ ਐਸਟ੍ਰਾਜੈਨੇਕਾ ਵੈਕਸੀਨ ਪਏ ਨੇ ਉਹਨਾਂ ਦੀ ਕਿੱਥੇ ਵਰਤੋਂ ਕੀਤੀ ਜਾਵੇਗੀ। ਇਸ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਕੁਝ ਦੇਸ਼ਾਂ ਨੂੰ ਇਹ ਟੀਕੇ ਦਾਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਿਨ੍ਹਾਂ ਲੋਕਾਂ ਵੱਲੋਂ ਐਸਟ੍ਰਾਜੈਨੇਕਾ ਟੀਕੇ ਦਾ ਪਹਿਲਾ ਸ਼ਾਟ ਲਗਵਾਇਆ ਗਿਆ ਉਹਨਾਂ ਨੂੰ ਐਸਟ੍ਰਾਜੈਨੇਕਾ ਟੀਕੇ ਦਾ ਹੀ ਦੂਸਰਾ ਸ਼ਾਟ ਲਗਾਇਆ ਜਾ ਸਕਦਾ ਹੈ, ਪਰ ਇਸ ਬਾਰੇ ਜਾਣਕਾਰੀ ਅਜੇ ਸਪਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਵੀ ਬਲੱਡ ਕਲੌਟ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵਿੱਚ ਜਿਹੜੇ ਬਲੱਡ ਕਲੌਟ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਉਹਨਾਂ ਵੱਲੋਂ ਐਸਟ੍ਰਾਜੈਨੇਕਾ ਟੀਕਾ ਲਗਵਾਇਆ ਗਿਆ ਸੀ। ਹੁਣ ਤੱਕ ਕੈਨੇਡਾ ਨੂੰ ਐਸਟ੍ਰਾਜੈਨੇਕਾ ਦੇ 2.3 ਮਿਲੀਅਨ ਸ਼ਾਟ ਮਿਲ ਚੁੱਕੇ ਹਨ ਤੇ ਕੈਨੇਡਾ ਨੂੰ ਕੰਟਰੈਕਟ ਦੇ ਅਨੁਸਾਰ 20 ਮਿਲੀਅਨ ਡੋਜ਼ ਮਿਲਨੇ ਹਨ। ਇਸ ਐਸਟ੍ਰਾਜੈਨੇਕਾ ਟੀਕੇ ਨੂੰ ਲੈ ਕੇ ਸਮੇਂ-ਸਮੇਂ ਦੇ ਉੱਪਰ ਚਰਚਾ ਛਿੜਦੀ ਰਹਿੰਦੀ ਹੈ ਤੇ ਹੁਣ ਇਸ ਸੰਬੰਧੀ ਇਹ ਸਵਾਲ ਪੁੱਛੇ ਜਾ ਰਹੇ ਨੇ ਕਿ ਇਸ ਦੇ ਐਕਸੈਸ ਦਾ ਕੀ ਕੀਤਾ ਜਾਵੇਗਾ, ਜਿਸ ਦਾ ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਜਵਾਬ ਦਿੱਤਾ ਗਿਆ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਅਧਿਕਾਰੀ ਕਾਰਵਾਈ ਕਰਨ ਗਏ ਤੇ ਉਹਨਾਂ ਦੇ ਉੱਪਰ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ। ਜਾਣਕਾਰੀ ਦੇ ਮੁਤਾਬਕ ਹਮਲਾਵਰ ਨੂੰ ਵੀ ਜਵਾਬੀ ਕਾਰਵਾਈ ਦੇ ਵਿੱਚ ਮਾਰਿਆ ਗਿਆ। ਅਮਰੀਕਾ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਅਧਿਕਾਰੀਆਂ ਨੂੰ ਹੀ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ, ਇੱਕ ਪੁਲਿਸ ਅਧਿਕਾਰੀ ਸਰਚ ਵਾਰੰਟ ਦੇ ਉੱਪਰ ਕਾਰਵਾਈ ਕਰਨ ਜਾਂਦਾ ਹੈ ਤੇ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਇੱਕ ਘਟਨਾ ਅਲਾਬਾਮਾ ਦੀ ਹੈ ਜਿੱਥੇ ਇੱਕ ਸਰਚ ਵਾਰੰਟ ਦੇ ਉੱਪਰ ਕਾਰਵਾਈ ਕਰਨ ਦੇ ਲਈ ਗਏ ਪੁਲਿਸ ਅਧਿਕਾਰੀ ਦੇ ਉੱਪਰ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਇਹ ਅਧਿਕਾਰੀ ਜ਼ਖਮੀ ਹੋ ਗਿਆ। ਅਧਿਕਾਰੀਆਂ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਬਰਮਿੰਘਮ ਅਲਾਬਾਮਾ ਦੇ ਵਿੱਚ ਇਸ ਗੋਲੀਬਾਰੀ ਦੌਰਾਨ 4 ਅਧਿਕਾਰੀ ਜ਼ਖਮੀ ਹੋਏ ਹਨ। ਇਸ ਦੌਰਾਨ ਅਧਿਕਾਰੀਆਂ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਹਮਲਾਵਰ ਦੀ ਵੀ ਮੌਤ ਹੋ ਗਈ। ਬਰਮਿੰਘਮ ਪੁਲਿਸ ਵਿਭਾਗ ਦੇ ਅਨੁਸਾਰ ਇਹ ਘਟਨਾ 18ਵੀਂ ਸਟਰੀਟ ਐਸੇ ਦੇ 1000 ਬਲਾਕ ਦੇ ਉੱਪਰ ਵਾਪਰੀ ਹੈ। ਜਾਣਕਾਰੀ ਮਿਲੀ ਹੈ ਕਿ ਅਧਿਕਾਰੀ ਇੱਥੇ ਕਿਸੇ ਹੋਰ ਮਾਮਲੇ ਦੇ ਸਿਲਸਿਲੇ ਦੇ ਵਿੱਚ ਪਹੁੰਚੇ ਸਨ। ਅਧਿਕਾਰੀਆਂ ਵੱਲੋਂ ਇੱਕ ਬਿਲਡਿੰਗ ਦੇ ਵਿੱਚ ਸਰਚ ਵਾਰੰਟ ਦੇ ਉੱਪਰ ਕਾਰਵਾਈ ਕਰਨ ਦੇ ਲਈ ਜਾਇਆ ਜਾ ਰਿਹਾ ਸੀ। ਉਸ ਵੇਲੇ ਇੱਕ ਵਿਅਕਤੀ ਵੱਲੋਂ ਅਧਿਕਾਰੀਆਂ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਨੂੰ ਅਲਾਬਾਮਾ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸੌਂਪ ਦਿੱਤਾ ਗਿਆ ਤਾਂ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਸਕਣ। ਜ਼ਿਕਰਯੋਗ ਹੈ ਕਿ ਇੱਥੇ ਸਵੇਰੇ 6 ਵਜੇ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਜਿੱਥੇ ਅਧਿਕਾਰੀ ਪਹੁੰਚੇ ਸਨ ਜਿਸ ਦੇ ਵਿੱਚ ਇੱਕ ਆਦਮੀ ਅਤੇ ਔਰਤ ਦੀ ਮੌਤ ਹੋ ਗਈ ਅਤੇ ਇਸ ਸੰਬੰਧ ਦੇ ਵਿੱਚ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ। ਕੈਨੇਡਾ ਦੇ ਵਿੱਚ ਨੌਕਰੀਆਂ ਦੇ ਬਾਰੇ ਵਿੱਚ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਲੋਕ ਨੌਕਰੀਆਂ ਛੱਡ ਸਕਦੇ ਨੇ। ਹੁਣ ਤੱਕ 1 ਲੱਖ ਤੋਂ ਵੱਧ ਲੋਕ ਪੈਂਡੈਮਿਕ ਦੇ ਦੌਰਾਨ ਨੌਕਰੀਆਂ ਛੱਡ ਚੁੱਕੇ ਨੇ। ਇਸ ਦਾ ਕਾਰਨ ਇਹ ਸਾਹਮਣੇ ਆਇਆ ਕਿ ਲੋਕ ਇਸ ਕਰੋਨਾ ਵਾਇਰਸ ਦੇ ਜਾਣੀ ਕਿ ਪੈਂਡੈਮਿਕ ਦੇ ਦੌਰਾਨ ਪਰਿਵਾਰਾਂ ਦੀ ਮਹੱਤਤਾ ਸਮਝੇ ਹਨ। ਉਹ ਜ਼ਿਆਦਾ ਸਮਾਂ ਆਪਣੇ ਪਰਿਵਾਰਾਂ ਦੇ ਨਾਲ ਬਿਤਾਉਣਾ ਚਾਹੁੰਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਛੱਡਣ ਵਾਲਿਆਂ ਦੀ ਗਿਣਤੀ ਦੇ ਵਿੱਚ ਜਾਣੀ ਕਿ ਨੌਕਰੀ ਛੱਡਣ ਵਾਲਿਆਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ। ਲੇਬਰ ਮਾਰਕੀਟ ਐਕਸਪਰਟਸ ਦੇ ਵੱਲੋਂ ਨੌਕਰੀਆਂ ਦੇ ਬਾਰੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਜੀ ਹਾਂ, ਇਹਨਾਂ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਲੋਕ ਹੁਣ ਨੌਕਰੀਆਂ ਛੱਡਣ ਲੱਗੇ ਨੇ। ਜਾਣਕਾਰੀ ਦੇ ਮੁਤਾਬਕ ਪੈਂਡੈਮਿਕ ਦੇ ਦੌਰਾਨ 1,30,000 ਲੋਕ ਅਜਿਹੇ ਸਨ ਜਿਨ੍ਹਾਂ ਵੱਲੋਂ ਆਪਣੀ ਨੌਕਰੀ ਛੱਡੀ ਗਈ।
ਇਹ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ। ਇਹ ਉਹਨਾਂ ਲੋਕਾਂ ਦਾ ਅੰਕੜਾ ਹੈ ਜਿਨ੍ਹਾਂ ਵੱਲੋਂ ਨੌਕਰੀ ਛੱਡ ਦਿੱਤੀ ਗਈ ਹੈ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਆਲਟਰਨੇਟਿਵਸ ਸੀਨੀਅਰ ਇਕੋਨੋਮਿਸਟ ਡੇਵਿਡ ਦਾ ਕਹਿਣਾ ਹੈ ਕਿ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਮਾਰਚ 2020 ਅਤੇ ਸਤੰਬਰ 2020 ਦੇ ਦੌਰਾਨ ਨੌਕਰੀ ਛੱਡੀ ਗਈ ਹੈ। 2021 ਦੇ ਦੌਰਾਨ ਇਹ ਦੇਖਿਆ ਗਿਆ ਕਿ ਜ਼ਿਆਦਾਤਰ ਗਿਣਤੀ ਔਰਤਾਂ ਦੀ ਹੈ ਜਿਨ੍ਹਾਂ ਵੱਲੋਂ ਆਪਣੀਆਂ ਨੌਕਰੀਆਂ ਪੈਂਡੈਮਿਕ ਦੇ ਦੌਰਾਨ ਛੱਡੀਆਂ ਗਈਆਂ। ਵਿਲੀਅਮਸ ਦਾ ਕਹਿਣਾ ਹੈ ਕਿ ਪੈਂਡੈਮਿਕ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ ਹੈ। ਪੈਂਡੈਮਿਕ ਦੌਰਾਨ ਲੋਕਾਂ ਨੂੰ ਆਪਣੇ ਪਰਿਵਾਰਾਂ ਦੀ ਅਹਿਮੀਅਤ ਦਾ ਪਤਾ ਚੱਲਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਲੋਕ ਨੇ ਉਹਨਾਂ ਵੱਲੋਂ ਜ਼ਿਆਦਾਤਰ ਸਮਾਂ ਆਪਣੇ ਪਰਿਵਾਰਾਂ ਦੇ ਨਾਲ ਬਿਤਾਉਣ ਦੇ ਲਈ ਤਵੱਜੋ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਐਕਸਪਰਟਸ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਕੜਾ ਵੱਧ ਸਕਦਾ ਹੈ, ਜਾਣੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਲੋਕ ਨੌਕਰੀ ਛੱਡ ਸਕਦੇ ਨੇ। ਇਸ ਸਭ ਤੋਂ ਬਾਅਦ ਹੁਣ ਇਸ ਚੀਜ਼ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਲੋਕ ਕਿਸ ਤਰ੍ਹਾਂ ਕੰਮ ਕਰਨਗੇ। ਇਸ ਦੇ ਸੰਬੰਧੀ ਕਈ ਤਰ੍ਹਾਂ ਦੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਓਨਟਾਰੀਓ ਵੱਲੋਂ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਵੈਕਸੀਨੇਸ਼ਨ ਅਪਾਇੰਟਮੈਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕਿਵੇਂ ਕੋਰੋਨਾ ਵਾਇਰਸ ਦੇ ਹਾਲਾਤ। ਓਨਟਾਰੀਓ ਵੱਲੋਂ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਵੈਕਸੀਨੇਸ਼ਨ ਅਪਾਇੰਟਮੈਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2170 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਸੂਬੇ ਵੱਲੋਂ ਹੋਰ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਮੁਤਾਬਕ 31 ਮਈ ਨੂੰ 12 ਤੋਂ 17 ਸਾਲ ਉਮਰ ਵਾਲਿਆਂ ਦੇ ਲਈ ਵੀ ਅਪਾਇੰਟਮੈਂਟ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਇਸ ਦੇ ਵਾਸਤੇ ਆਨਲਾਈਨ ਜਾਂ ਫਿਰ ਕਾਲ ਸੈਂਟਰ ਦੇ ਰਾਹੀਂ ਆਪਣੀ ਅਪਾਇੰਟਮੈਂਟ ਬੁੱਕ ਕੀਤੀ ਜਾ ਸਕੇਗੀ। ਬੀਤੇ 24 ਘੰਟਿਆਂ ਦੌਰਾਨ ਟੋਰਾਂਟੋ ਤੋਂ 566, ਪੀਲ ਰੀਜਨ ਤੋਂ 556, ਯਾਰਕ ਰੀਜਨ ਤੋਂ 215, ਦੁਰਹਮ ਰੀਜਨ ਤੋਂ 120, ਹੈਮਿਲਟਨ ਤੋਂ 101 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮੌਜੂਦਾ ਸਮੇਂ ਓਨਟਾਰੀਓ ਦੇ ਵਿੱਚ 779 ਮਰੀਜ਼ ICU ਦੇ ਵਿੱਚ ਨੇ ਤੇ 536 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 551 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 8 ਮੌਤਾਂ ਇਸ ਵਾਇਰਸ ਦੇ ਕਾਰਨ ਹੋਈਆਂ ਨੇ। ਹੁਣ ਤੱਕ 3,63,847 ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ 11,042 ਲੋਕਾਂ ਦੀ ਜਾਨ ਹੁਣ ਤੱਕ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ 501 ਦੇ ਕਰੀਬ ਮਰੀਜ਼ ਨੇ, ਜਿਨ੍ਹਾਂ ਵਿੱਚੋਂ 116 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 430 ਕੋਰੋਨਾ ਮਾਮਲੇ ਦਰਜ ਕੀਤੇ ਗਏ ਅਤੇ ਇੱਕ ਮੌਤ ਵੀ ਰਿਕਾਰਡ ਹੋਈ ਹੈ। ਇਸ ਸਮੇਂ 265 ਦੇ ਕਰੀਬ ਮਰੀਜ਼ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 73 ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 13.3 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 24,964 ਦੇ ਕਰੀਬ ਹੁਣ ਤੱਕ ਜਾਨਾਂ ਇਸ ਵਾਇਰਸ ਨੇ ਲਈਆਂ ਹਨ। ਇਸ ਦੇ ਨਾਲ ਹੀ 12.4 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲੇ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਪੁਲਿਸ ਨੇ ਕੀਤੇ ਗੈਂਗਸਟਰਾਂ ਦੇ ਨਾਮ ਜਨਤਕ, ਵੈਨਕੂਵਰ ਵਾਸੀਆਂ ਨੂੰ ਕਿਹਾ ਦੂਰੀ ਬਣਾਉਣ ਨੂੰ। ਓਨਟਾਰੀਓ ਦੇ ਵਿੱਚ ਲੱਗ ਸਕਣਗੇ ਗਰਮੀਆਂ ਦੇ ਕੈਂਪ, ਫੋਨ ਨੇ ਪਾਬੰਦੀਆਂ ਦੇ ਵਿੱਚ ਢਿੱਲ ਬਾਰੇ ਦਿੱਤੀ ਜਾਣਕਾਰੀ। ਹੁਣ ਹੋਰ ਲੋਕਾਂ ਨੂੰ ਕੈਨੇਡਾ ਦੇ ਵਿੱਚ ਪੱਕੇ ਹੋਣ ਦਾ ਮਿਲੇਗਾ ਮੌਕਾ, ਇਮੀਗ੍ਰੇਸ਼ਨ ਮੰਤਰੀ ਨੇ ਦਿੱਤਾ ਇਸ਼ਾਰਾ। ਸਰੀ ਦੇ ਘਰ ਦੇ ਵਿੱਚ ਚੱਲੀਆਂ ਗੋਲੀਆਂ, ਪੁਲਿਸ ਕਰ ਰਹੀ ਪੜਤਾਲ। ਸਰੀ 'ਚ ਹੁਣ ਜ਼ਿਆਦਾ ਲੋਕਾਂ ਨੂੰ ਲੱਗ ਸਕਦਾ ਹੈ ਟੀਕਾ, ਕਲੀਨਿਕਾਂ ਦੇ ਵਿੱਚ ਕੀਤਾ ਜਾ ਰਿਹਾ ਵਾਧਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।